प्यारे बच्चों, ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਫੰਕਸ਼ਨਲ ਇੰਗਲਿਸ਼ ਐਡਵਾਂਸਡ ਬਾਰੇ। ਫੰਕਸ਼ਨਲ ਇੰਗਲਿਸ਼ ਐਡਵਾਂਸਡ ਤੁਹਾਡੀ ਯੂਨਿਟ ਦਾ ਨੇਮ ਹੈ। ਇਸ ਦੇ ਅੰਡਰ ਹੀ ਇਹ ਸੈਸ਼ਨਸ ਆਉਂਦੇ ਹਨ। ਸੋ ਚਲੋ ਆਪਾਂ ਸਾਰੇ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਣੇ ਬੇਸਿਕ ਕਨਸੈਪਟ ਬਾਰੇ, ਯਾਨੀ ਕਿ ਇਨਫੋਰਮੇਸ਼ਨ ਟੈਕਨੋਲੋਜੀ ਬਾਰੇ। ਸੋ ਚਲੋ ਆਪਾਂ ਸਾਰੇ ਦੇਖਦੇ ਹਾਂ। ਜੋ ਕਿ ਸਕਰੀਨ ਦੇ ਉੱਪਰ ਜੋ ਕਿ ਸਭ ਤੋਂ ਪਹਿਲੀ ਇੱਕ ਨੰਬਰ ਸਲਾਈਡ ਹੈ, ਇਹ ਹੈ। ਇਸ ਵਿੱਚ ਮੈਂ ਅੱਜ ਦੇ ਟੌਪਿਕ ਬਾਰੇ ਮੈਂਸ਼ਨ ਕੀਤਾ ਹੈ, ਫੰਕਸ਼ਨਲ ਇੰਗਲਿਸ਼ ਐਡਵਾਂਸਡ ਫॉर 10+2 ਕਲਾਸ ਬਾਏ ਮਨਜੀਤ ਸਿੰਘ। ਮਨਜੀਤ ਸਿੰਘ ਮੇਰਾ ਨਾਮ। ਚਲੋ ਦੂਸਰੀ ਸਲਾਈਡ ਵੱਲ ਚੱਲਦੇ ਹਾਂ। ਇਨਫੋਰਮੇਸ਼ਨ ਟੈਕਨੋਲੋਜੀ, ਜਿਵੇਂ ਕਿ ਤੁਸੀਂ ਸਭ ਭਲੀ ਭਾਂਤੀ ਜਾਣੂ ਹੋ, ਆਪਾਂ 9ਵੀਂ ਕਲਾਸ ਤੋਂ ਕੀ ਪੜ੍ਹ ਰਹੇ ਹਾਂ। ਆਪਾਂ ਇਹੀ ਤੇ ਕਰ ਰਹੇ ਹਾਂ, ਇਨਫੋਰਮੇਸ਼ਨ ਟੈਕਨੋਲੋਜੀ। ਠੀਕ ਹੈ ਜੀ। ਸੋ ਇਸ ਦੇ ਵਿੱਚ ਜੋ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ, ਇਸ ਵਿੱਚ ਸਭ ਤੋਂ ਪਹਿਲਾਂ ਇਸ ਦੀ ਇੰਟਰੋ ਦਿੱਤੀ ਗਈ ਹੈ, ਯਾਨੀ ਕਿ ਡੈਫੀਨੇਸ਼ਨ ਦਿੱਤੀ ਗਈ ਹੈ। IT ਦਾ ਪੂਰਾ ਨਾਮ ਇਨਫੋਰਮੇਸ਼ਨ ਟੈਕਨੋਲੋਜੀ ਹੈ। ਇਹ ਇੱਕ ਇੰਜੀਨੀਅਰਿੰਗ ਦੀ ਬ੍ਰਾਂਚ ਹੈ ਜੋ ਕਿ ਕੰਪਿਊਟਰ ਅਤੇ ਟੈਲੀਕਮਿਊਨੀਕੇਸ਼ਨ ਯੰਤਰਾਂ ਦੀ ਵਰਤੋਂ ਡਾਟਾ ਨੂੰ ਸਟੋਰ, ਰਿਕਵਰ, ਭੇਜਣ ਅਤੇ ਨਿਯੰਤਰਣ ਕਰਨ ਲਈ ਵਰਤੀ ਜਾਂਦੀ ਹੈ। ਪੂਰਾ ਨਾਮ ਇਨਫੋਰਮੇਸ਼ਨ ਟੈਕਨੋਲੋਜੀ, ਬ੍ਰਾਂਚ ਕਿਸ ਦੀ ਹੈ? ਇੰਜੀਨੀਅਰਿੰਗ ਦੀ, ਅਤੇ ਵਰਤੀ ਜਾਂਦੀ ਹੈ ਟੈਲੀਕਮਿਊਨੀਕੇਸ਼ਨ ਲਈ। ਇਸ ਵਿੱਚ ਬਹੁਤ ਸਾਰੇ ਇਲੈਕਟ੍ਰੋਨਿਕਸ ਯੰਤਰ ਆਉਂਦੇ ਹਨ। ਠੀਕ ਹੈ ਜੀ, ਜਿਵੇਂ ਕਿ ਮੋਬਾਈਲ, ਲੈਪਟਾਪ, ਸੈਂਡਰ, ਰਿਸੀਵਰ ਆਦਿ। ਬੇਸਿਕ ਇਸ ਦੇ ਵਿੱਚ ਜੋ ਰੋਲ ਹੁੰਦਾ ਹੈ, ਉਹ ਸਭ ਤੋਂ ਵੱਡਾ ਰੋਲ ਹੁੰਦਾ ਹੈ ਕਮਿਊਨੀਕੇਸ਼ਨ ਮੀਡੀਅਮ ਦਾ। ਜਿਵੇਂ ਕਿ ਪਹਿਲਾਂ ਵਾਇਰਸ ਵਰਤੀਆਂ ਜਾਂਦੀਆਂ ਸੀ ਪੁਰਾਣੇ ਸਮੇਂ ਵਿੱਚ, ਅੱਜ ਇਹਨਾਂ ਦੀ ਵਰਤੋਂ ਘੱਟ ਹੋ ਗਈ ਹੈ। ਬਟ ਅੱਜ ਕੱਲ੍ਹ ਜੋ ਸਭ ਤੋਂ ਜ਼ਿਆਦਾ ਟਰਾਂਸਮਿਸ਼ਨ ਹੁੰਦੀ ਹੈ, ਜਾਂ ਕਹਿ ਲਓ ਕਿ ਕਮਿਊਨੀਕੇਸ਼ਨ ਹੁੰਦੀ ਹੈ, ਉਹ ਹੁੰਦੀ ਹੈ ਵਾਇਰਲੈਸਲੀ, ਯਾਨੀ ਕਿ ਏਅਰ ਦੇ ਥਰੂ। ਇਸ ਵਿੱਚ ਇੱਕ ਪਾਸੇ ਸੈਂਡਰ ਹੁੰਦਾ ਹੈ ਅਤੇ ਦੂਸਰੇ ਪਾਸੇ ਰਿਸੀਵਰ ਹੁੰਦਾ ਹੈ। ਸੋ ਚਲੋ ਇੱਕ ਤੇ ਹੋ ਗਿਆ ਜੋ ਬੇਸਿਕ ਕਨਸੈਪਟ ਹੋ ਗਿਆ IT ਦਾ। ਚਲੋ ਆਪਾਂ ਅੱਗੇ ਵਧਦੇ ਹਾਂ। ਇੱਕ ਮੈਂ ਸਾਈਡ ਦੇ ਵਿੱਚ ਸੱਜੇ ਪਾਸੇ ਇਮੇਜ ਵੀ ਇਨਸਰਟ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਨਫੋਰਮੇਸ਼ਨ ਟੈਕਨੋਲੋਜੀ ਜੋ ਹੈ ਉਹ ਕਨੈਕਟਡ ਹੈ ਕਮਿਊਨੀਕੇਸ਼ਨ ਨਾਲ, ਕੰਪਿਊਟਰ, ਹਾਰਡਵੇਅਰ, ਡਾਟਾਬੇਸ, ਇੰਟਰਨੈਟ, ਸਿਕਿਉਰਿਟੀ, ਸੌਫਟਵੇਅਰ ਡਿਜ਼ਾਈਨ, ਐਪਲੀਕੇਸ਼ਨਸ, ਨੈਟਵਰਕ, ਸਰਵਰ ਐਂਡ ਲਾਸਟ ਵਿੱਚ ਹੈ ਸਪੋਰਟ। ਚਲੋ ਆਪਾਂ ਅਗਲੀ ਸਲਾਈਡ ਵੱਲ ਵਧਦੇ ਹਾਂ। ਦੇਸ਼ ਵਿੱਚ ਕਈ ਥਾਵਾਂ 'ਤੇ ਇੰਡੀਅਨ ਇੰਸਟੀਚਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਸਥਾਪਿਤ ਹੋ ਚੁੱਕੀ ਹੈ। ਭਾਰਤ ਸਰਕਾਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਖੇਤਰ ਵਿੱਚ ਵਪਾਰ ਕਰਨ ਲਈ ਬਹੁਤ ਹੀ ਜ਼ਿਆਦਾ ਉਤਸੁਕ ਹੈ। ਹੁਣ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਭਾਰਤ ਨੇੜਲੇ ਭਵਿੱਖ ਵਿੱਚ IT ਖੇਤਰ ਦੇ ਵਿੱਚ ਸੁਪਰ ਪਾਵਰ ਬਣ ਜਾਵੇਗਾ। ਚਲੋ ਆਪਾਂ ਬਰੀਫਲੀ ਇਸ ਗੱਲ ਨੂੰ ਕਰਦੇ ਹਾਂ।
इंडियन इंस्टीट्यूट ऑफ इंफॉर्मेशन टेक्नोलॉजी की है। इसका छोटा नाम IS ठीक है जी। थोड़ी ਆਡੀਓ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਇਸ ਦਾ ਪੂਰਾ ਨਾਮ ਹੈ, ਮਾਫੀ ਚਾਹੁੰਦਾ ਪਹਿਲਾਂ ਥੋੜੀ ਮਾਈਕ ਦੇ ਵਿੱਚ ਪ੍ਰੋਬਲਮ ਸੀਗੀ, ਤੇ ਇਸ ਦਾ ਪੂਰਾ ਨਾਮ ਹੈ ਇੰਡੀਅਨ ਇੰਸਟੀਚਿਊਟ ਆਫ इंफॉर्मेशन टेक्नोलॉजी। इंडियन इंस्टीट्यूट ऑफ इंफॉर्मेशन टेक्नोलॉजी यानी कि IIIT, IIIT। चलो ये तो हो गया ना इसका पूरा नाम, जहाँ कह लो कि शॉर्ट फॉर्म दे विच आपां इसनूं किस तरह लिखते हैं या किस तरह बोलते हैं। इसका रोल जो ये ऑर्गेनाइजेशन है, इसका मेन रोल है, पहला सब तो पहले तो भारत की है, इंडिया की है। इसका मेन रोल है जो भी IT सैक्टर के जो भी रिसर्च होंगी है, जो रिसर्चा हुई हैं उन्होंने एडवांस टू लैवल के लैके जाना, या जो रिसर्चा अजे तक नहीं हुई उन्होंने उपर रिसर्च करनी। ठीक, चलो ਆਪਾਂ ਵਧਦੇ ਹਾਂ अगली स्लाइड ਵੱਲ। ਇਹ ਕੁਝ ਕੁ ਫਿਲਿੰਗ ਦੀ ਬਲੈਂਕਸ ਹਨ ਜੋ ਕਿ ਤੁਹਾਡੇ ਸਾਹਮਣੇ ਲਿਖਿਆ ਹੈ। ਅਭਿਆਸ ਟੂ ਪ੍ਰੈਪੋਜੀਸ਼ਨ। ਹੇਠਾਂ ਵਾਕਾਂ ਨੂੰ ਉੱਚੀ ਪੜ੍ਹੋ ਅਤੇ ਸਹੀ ਪ੍ਰੈਜੈਂਟੇਸ਼ਨ ਨੂੰ ਚੁਣੋ। ਪ੍ਰੈਪੋਜੀਸ਼ਨ ਨੂੰ ਚੁਣੋ। ठीक है जी। सब तो पहली जो ब्लैंक है, स्टैक दो CDs ब्लैंक द थर्ड शेल्फ। हुण इस विच बच्चों को डिसाइड करना होगा कि इस विच ये जो ब्लैंक है इस दे विच की आएगा। स्टैक दो CDs डैश द थर्ड शेल्फ। हाँ जी, इसका उत्तर है ऑन, ON ऑन। दूसरी खाली था, द शेल्फ वेयर द केबल्स आर केप्ट इज नेक्स्ट डैश द शेल्फ वेयर द डिस्क्स आर स्टैक्ड। इस तीन ऑप्शन हैं, टू, फ्रॉम, बिसाइड। द शेल्फ वेयर द केबल्स आर केप्ट इज नेक्स्ट टू द शेल्फ वेयर द डिस्क्स आर स्टैक्ड। सो इसका उत्तर है टू। इसी तरह ही आप सब ने बाकी खाली थावां भी करनियां। नैक्सट स्लाइड। ITE इंडस्ट्री, ITES इंडस्ट्री, जिसनों कि पंजाबी विच कहिंदे हन सूचना तकनोलॉजी आधारित सेवावां इंडस्ट्री। मेन कहण तो भाव जो इंडस्ट्री सूचना तकनोलॉजी ते आधारित है उसनूं ITES इंडस्ट्री कहा जाता है। चलो आपां ब्रीफली इस गल नूं एक्सप्लेन करना है। सो आपां वधदे हाँ डायग्राम दे वल। डायग्राम तुहाडे सब दे सामने है। उपर सब तो पहला IT इनेबल्ड सर्विसेज लिखा है, नीचे लैफ्ट साइड है, राइट साइड है, दोवें कनैक्टेड हैं। लैफ्ट साइड वाल पहला ब्लॉक है इंजीनियरिंग सर्विसेज आउटसोर्सिंग यानी कि ESO। सज्जे पासे राइट साइड वाल है लीगल प्रोसैस आउटसोर्सिंग LPO। उस तो बाद लैफ्ट साइड वाल है बिजनेस प्रोसैस आउटसोर्सिंग यानी कि BPO। उस तो बाद राइट साइड वाल है नॉलेज प्रोसैस आउटसोर्सिंग यानी कि KPO। इन्हां नूं आपां ब्रीफली नैक्सट स्लाइड दे विच आपां पढ़ांगे, यानी कि ESO की है, LPO की है, BPO की है एंड KPO की है। जो ये
सूचना तकनोलॉजी आधारित सेवावां हन वो इस तरह हैं। इसका अर्थ है कि जो सेवावां पूरी दुनिया में अलग अलग कंपनियां ਦੇ ਗਾਹਕਾਂ ਨੂੰ ਟੈਲੀਕਾਮ ਨੈਟਵਰਕ फ़ोन ਜਾਂ इंटरनेट ईमेल ਜਾਂ चैट ਰਾਹੀਂ ਪਹੁੰਚਾਈਆਂ ਜਾਂਦੀਆਂ ਹਨ। ਚਲੋ ਆਪਾਂ ਵਧਦੇ ਹਾਂ ਅਗਲੀ ਸਲਾਈਡ ਵੱਲ। ਕੰਟੀਨਿਊ। ਉੱਪਰ ਤੁਹਾਡੇ ਕੋਲ ਕਾਲ ਸੈਂਟਰ BPO KPO ਅਤੇ RPO ਸ਼ਬਦ ਆਏ ਹਨ। ਇਹਨਾਂ ਦਾ ਅਰਥ ਕੀ ਹੈ? ਚਲੋ ਆਪਾਂ ਪੜ੍ਹਦੇ ਹਾਂ। ਕਾਲ ਸੈਂਟਰ, ਸਭ ਤੋਂ ਪਹਿਲਾਂ ਕਾਲ ਸੈਂਟਰ ਇਹ ਇੱਕ ਸੇਵਾਵਾਂ ਦੇਣ ਵਾਲਾ ਕੇਂਦਰ ਹੁੰਦਾ ਹੈ ਜਿਸ ਵਿੱਚ ਵਧੀਆ ਟੈਲੀਕਾਮ ਸੁਵਿਧਾਵਾਂ, ਮਾਹਰ ਸਲਾਹ ਦੇਣ ਵਾਲੇ, ਇੰਟਰਨੈਟ ਦੀ ਸੁਵਿਧਾ ਅਤੇ ਦੂਜੀਆਂ ਆਨਲਾਈਨ ਜਾਣਕਾਰੀਆਂ ਮੌਜੂਦ ਹੁੰਦੀਆਂ ਹਨ ਅਤੇ ਇਹ ਗਾਹਕਾਂ ਨੂੰ ਮਦਦ ਕਰਨ ਦੇ ਲਈ ਬਣਾਏ ਜਾਂਦੇ ਹਨ। ਠੀਕ ਹੈ ਜੀ। ਕਿਹਨਾਂ ਦੀ ਮਦਦ ਕਰਨ ਲਈ ਬਣਾਏ ਜਾਂਦੇ ਹਨ? ਗਾਹਕਾਂ ਦੀ, ਕਸਟਮਰਸ ਦੀ ਮਦਦ ਕਰਨ ਲਈ ਬਣਾਏ ਜਾਂਦੇ ਹਨ। ਇਹ ਸਭ ਜੋ ਵੀ ਹਨ ਕਾਲ ਸੈਂਟਰ ਦੀ ਮੈਂ ਗੱਲ ਕਰ ਰਿਹਾ। ਠੀਕ ਹੈ ਜੀ। ਇੱਕ ਕਾਲ ਸੈਂਟਰ ਦੇ ਬਹੁਤ ਸਾਰੇ ਕੰਮ ਹੁੰਦੇ ਹਨ। ਫੋਰ ਐਗਜ਼ਾਮਪਲ, ਚਲੋ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਕਸਟਮਰ ਇੱਕ ਟੋਲ ਫ੍ਰੀ ਨੰਬਰ ਦੀ ਵਰਤੋਂ ਕਰਦਾ ਹੈ। ਇਸ ਨੰਬਰ ਨੂੰ ਡਾਇਲ ਕਰਨ 'ਤੇ ਕੋਈ ਖਰਚ ਨਹੀਂ ਆਉਂਦਾ, ਜੋ ਕਿ ਕਸਟਮਰ ਸਪੋਰਟ ਸਰਵਿਸ ਨਾਲ ਜੁੜਿਆ ਹੋਇਆ ਹੁੰਦਾ ਹੈ। ਆਪ ਸਭ ਜਾਣਦੇ ਹੋ ਜਿਵੇਂ ਕਿ ਇੰਡੀਆ ਦੀ ਜੋ ਟੋਲ ਫ੍ਰੀ ਕਸਟਮਰ ਸਰਵਿਸ ਹੈ ਉਹ ਸਟਾਰਟ ਹੁੰਦੀ ਹੈ 1800 ਤੋਂ ਸ਼ੁਰੂ ਹੁੰਦੀ ਹੈ। ਚਲੋ ਆਪਾਂ ਅੱਗੇ ਵਧਦੇ ਹਾਂ। ਕੰਟੀਨਿਊ। ਸਭ ਤੋਂ ਪਹਿਲਾਂ KPO ਦਰਸਾਇਆ ਗਿਆ ਹੈ, ਉਸ ਤੋਂ ਬਾਅਦ RPO ਹੈ। ਸਾਈਡ ਵਿੱਚ ਮੈਂ ਇਮੇਜਸ ਵੀ ਲਾਈਆਂ ਹਨ। IPO ਇਨੀਸ਼ੀਅਲ ਪਬਲਿਕ ਆਫਰਿੰਗ, KPO ਨੌਲੇਜ ਪ੍ਰੋਸੈਸ ਆउटसोर्सिंग, BPO बिजनेस प्रोसेस आउटसोर्सिंग। और उसके नीचे जो इमेज है वो है KPO ਦੀ ਨੌਲੇਜ ਪ੍ਰੋਸੈਸ ਆउटसोर्सिंग। ਆਪਾਂ ਜਿਸ ਤਰ੍ਹਾਂ ਹੀ ਡੀਪਲੀ ਜਾਂਦੇ ਹਾਂ ਜ਼ਿਆਦਾ ਤਾਂ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਇਮੇਜ ਹੈ KPO ਦੀ, ਉਹ ਜਦੋਂ ਆਪਾਂ ਇਸ ਨੂੰ ਐਡਵਾਂਸ ਲੈਵਲ 'ਤੇ ਦੇਖਦੇ ਹਾਂ ਤਾਂ KPO ਵੀ ਬਹੁਤ ਸਾਰੀਆਂ ਚੀਜ਼ਾਂ ਨਾਲ ਜੁੜਿਆ ਹੁੰਦਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਡਿਪੈਂਡ ਹੁੰਦਾ ਹੈ, ਜਿਵੇਂ ਕਿ ਐਨਾਲਾਈਟਿਕਸ, ਬਿਜ਼ਨਸ ਰਿਸਰਚ, ਡਿਜ਼ਾਈਨ ਐਂਡ ਐਨੀਮੇਸ਼ਨ, ਇੰਜੀਨੀਅਰਿੰਗ ਸਰਵਿਸਿਜ਼, ਆਊਟਸੋਰਸ, फाइनेंशियल रिसर्च, लीगल प्रोसेस, एक्सेट्रा एक्सेट्रा। KPO ਦੀ ਜੇ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ, ਇਸ ਦਾ ਅਰਥ ਹੈ ਨੌਲੇਜ ਪ੍ਰੋਸੈਸ ਆਊਟਸੋਰਸਿੰਗ। ਇਹ ਵਪਾਰ ਦੇ ਅੰਦਰੂਨੀ ਕੰਮ ਜੋ ਕਿ ਮਹੱਤਵਪੂਰਨ ਹਨ ਅਤੇ ਕੰਪਨੀ ਦੇ ਮੁੱਢਲੇ ਕੰਮਾਂ ਦੀ ਲੋੜ ਦੀ ਵਿਆਖਿਆ ਕਰਦੀ ਹੈ। RPO ਰਿਕਰੂਟਮੈਂਟ ਪ੍ਰੋਸੈਸ ਆਊਟਸੋਰਸਿੰਗ, ਜਾਂ ਆਪਾਂ ਕਹਿ ਸਕਦੇ ਹਾਂ ਕਿ ਰਿਸੋਰਸ ਪ੍ਰੋਸੈਸ ਆਊਟਸੋਰਸਿੰਗ। ਇਸ ਦਾ ਅਰਥ ਹੈ ਰਿਕਰੂਟਮੈਂਟ ਪ੍ਰੋਸੈਸ ਆਊਟਸੋਰਸਿੰਗ। ਇਹ ਇੱਕ BPO ਵਪਾਰਕ ਕਿਰਿਆਵਾਂ ਦੀ ਕਿਸਮ ਹੈ ਜਿੱਥੇ ਮਾਲਕ ਆਊਟਸੋਰਸ ਕਰਦਾ ਹੈ ਜਾਂ ਆਪਣੇ ਵਪਾਰ ਦੀਆਂ ਕੁਝ ਜਾਂ ਸਾਰੀਆਂ ਸਟਾਫ ਭਰਤੀ ਕਰਨ ਲਈ ਸੰਬੰਧਿਤ ਕਿਰਿਆਵਾਂ ਨੂੰ ਬਾਹਰੀ ਸੇਵਾਵਾਂ ਦੇਣ ਵਾਲੇ ਕੋਲ ਭੇਜ ਦਿੰਦਾ ਹੈ। ਨੈਕਸਟ ਅਗਲੀ ਸਲਾਈਡ ਹੈ RPO ਐਂਡ BPO ਦੀ ਮੇਨ। ਇਸ ਵਿੱਚ ਮੈਂ ਇਮੇਜਸ ਹੀ ਅਟੈਚ ਕੀਤੀਆਂ ਹਨ। ਪਹਿਲੀ ਇਮੇਜ ਹੈ RPO ਦੀ ਰਿਕਰੂਟਮੈਂਟ ਪ੍ਰੋਸੈਸ ਆਊਟਸੋਰਸਿੰਗ ਐਂਡ ਜੋ ਦੂਸਰੀ ਇਮੇਜ ਹੈ ਉਹ ਹੈ BPO ਦੀ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ, ਜਾਂ ਕਹਿ ਲਓ ਕਿ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ ਸਰਵਿਸਿਜ਼। ਇਸ ਦੇ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਗਿਆ ਸੀ KPO ਵੀ ਕਾਫੀ ਜ਼ਿਆਦਾ ਜੋ ਹੋਰ ਗੱਲਾਂ ਜੋ ਫੈਕਟਰਸ ਹਨ ਉਹਨਾਂ 'ਤੇ ਡਿਪੈਂਡ ਕਰਦਾ ਹੈ, ਉਸੇ ਤਰ੍ਹਾਂ ਹੀ RPO ਐਂਡ BPO ਵੀ ਕਰਦੇ ਹਨ। ਤੁਹਾਡੇ ਸਾਹਮਣੇ ਹੈ ਰਿਕਰੂਟਮੈਂਟ ਪ੍ਰੋਸੈਸ ਆਊਟਸੋਰਸਿੰਗ ਦੀ ਇਮੇਜ ਜੋ ਕਿ ਲੈਫਟ ਵਾਲੇ ਪਾਸੇ ਹੈ। ਉਸ ਦੇ ਵੀ ਘੱਟ ਤੋਂ ਘੱਟ ਉਸਦੇ ਵੀ ਘੱਟ ਤੋਂ ਘੱਟ 7 ਸਟੈਪਸ ਜੋ ਦੱਸੇ ਗਏ ਹਨ। ਪਹਿਲਾ ਜੋ ਸ਼ੁਰੂਆਤੀ ਹੈ ਉਹ ਹੈ ਨਿਊ ਰਿਕੁਐਸਟ, ਜੋ ਕਿ ਹੈ ਪਹਿਲਾ ਹੈ ਨਿਊ ਰਿਕੁਏਸ਼ਨ ਡਿਸਕਵਰੀ ਕਾਲ ਐਂਡ ਸਟ੍ਰੈਟਜੀ, और इसी तरह ही बाकी हैं। इसी तरह ही BPO
ਇਸੇ ਤਰ੍ਹਾਂ ਹੀ BPO ਦੇ ਵੀ ਹਨ। BPO ਦੇ ਵਿੱਚ ਦੱਸਿਆ ਗਿਆ ਹੈ forms processing, document scanning, workflow solutions, forms recognition, data capture, HR document management, AP processing, mailroom outsourcing, data convention। Next blanks की जो स्लाइड है 9 नंबर स्लाइड, इस दे विच blanks ਹਨ यानी कि खाली ਥਾਵਾਂ। ਹੇਠਾਂ ਦਿੱਤੇ ਵਾਕਾਂ ਨੂੰ ਉੱਚੀ ਪੜ੍ਹੋ ਅਤੇ ਸਹੀ ਆਪਸ਼ਨ ਦੀ ਚੋਣ ਕਰੋ। ਪਹਿਲੀ ਹੈ dash you are deciding on which book to read, I bought a music CD। ठीक है जी, ਆਪਾਂ ਰਿਪੀਟ करते हाँ dash you are deciding on which book to read, I bought a music CD। दो ऑप्शन हैं while ਅਤੇ दूसरी meanwhile। ਬੱਚਿਆਂ ਨੇ ਸੋਚਣਾ ਹੋਵੇਗਾ कि इन्हां दो ऑप्शनों ਦੇ ਵਿੱਚੋਂ ਕਿਹੜੀ ਫਿੱਟ ਬੈਠਦੀ ਹੈ। सो इसका आंसर है while। While you are deciding on which book to read, I bought a music CD। दूसरी खाली था है if you dash to do your MBA, you will dash a degree first। ऑप्शंस हैं want, require, want। if you dash to do your MBA, you will dash a degree first। सो इसका आंसर है want, require। यानी कि if you want to do your MBA, you will require a degree first। ठीक है जी, इसी तरह ही बाकी खाली थावां भी करनियां होणगियां। चलो आपां वधदे हाँ अगली स्लाइड दे वल। नैक्सट इस दे विच है कम्युनिकेटिंग इफैक्टिवली, जो कि सैशन 8वां है। तुहाडी किताब का सैशन 8वां है। आप अपनी बुक तो भी देख सकते हो। जेकर किसी के कोल बुक नहीं है तो वो PDF डाउनलोड कर सकता है या मेरे को मंगवा सकता है। सैशन 8वां प्रभावशाली गलबात करना, यानी कि कम्युनिकेटिंग इफैक्टिवली। नीचे इसकी डेफिनेशन है और जेब तो हट जाते हो। इस तो इलावा तुहाडा दफ्तर तुहाडे घर तो काफ़ी दूर है तो इसलिए तुहानू बस लैनी पैंदी है। हाउ would you explain to the boss that you can't work the extra hour? Write your answer below। यानी कि इत्थे एक सिचुएशन पैदा की गई है। मतलब कहण दा कि तुहाडा बॉस तुहानू 1 घंटा वाधू काम करन लई कहंदा पर तुहाडे कोल समां नहीं है। वो क्यों नहीं है? क्योंकि तुहाडा घर काफ़ी दूर है तो तुहानू बस लैनी पैंदी है। यानी कि तुहाडे वर्क प्लेस तो तुहानू घर जाण विच भी काफ़ी टाइम लगता है। सो इस करके तुहानू अपने बॉस नू एक्सप्लेन करना पवेगा कि तुसी एक्सट्रा आवर वर्क क्यों नहीं कर सकते।
तो बाद अभ्यास नंबर 1 प्रभावशाली तरीके नाल गल करना। अभ्यास नंबर 1 प्रभावशाली तरीके नाल गल करना। चूज द response appropriate for each situation. Number 1, your customer asks you to process his or her request while on the call, but you as a seer have your own work to do. So ਤੁਸੀਂ ਕਿਸ ਤਰ੍ਹਾਂ ਉਸ ਨੂੰ ਰਿਪਲਾਈ ਕਰੋਗੇ, ਜਾਂ ਕਹਿ ਲਓ ਦੂਜੇ ਸ਼ਬਦਾਂ ਦੇ ਵਿੱਚ ਕਹਿ ਲਓ ਕਿ ਤੁਸੀਂ ਉਸ ਕਸਟਮਰ ਨੂੰ ਕਿਸ ਤਰ੍ਹਾਂ ਡੀਲ ਕਰੋਗੇ ਜਦੋਂ ਕਿ ਤੁਹਾਡੇ ਕੋਲ ਸਮਾਂ ਨਹੀਂ ਹੈ। ਠੀਕ ਹੈ, ਥੱਲੇ ਦੋ ਆਪਸ਼ਨਾਂ ਦਿੱਤੀਆਂ ਗਈਆਂ ਹਨ। I am not going to process anything for you, I am busy। B option है I am sorry sir ma'am, I really wish I could do that right now, however as a customer service representative I have to process orders according to the call number of the customer। So मेरे हिसाब नाल जो कि B ऑप्शन है ਆਪਾਂ ਉਸ ਦੇ ਵੱਲ ਜਾਵਾਂਗੇ, ਕਿਉਂਕਿ ਆਪਾਂ ਜਦੋਂ ਕਸਟਮਰ ਨੂੰ ਡੀਲ ਕਰਨਾ ਹੁੰਦਾ ਹੈ ਤਾਂ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਉਸਨੂੰ ਡੀਲ ਕਰਨਾ ਹੁੰਦਾ ਹੈ। ਸੋ ਜੇਕਰ ਆਪਾਂ ਦੋਵੇਂ ਆਪਸ਼ਨਾਂ ਦਾ ਕੰਪੈਰੀਜ਼ਨ ਕਰੀਏ ਤਾਂ ਜੋ B ਆਪਸ਼ਨ ਹੈ ਉਹ ਫਿੱਟ ਬੈਠਦੀ ਹੈ। अगली स्लाइड, ओपनिंग एंड क्लोजिंग ए कस्टमर सर्विस कॉल। ओपनिंग एंड क्लोजिंग ए कस्टमर सर्विस कॉल, गलबात शुरू करना ਅਤੇ गलबात खत्म करना। गलबात शुरू ਕਰਨ ਦੇ ਦੋ ਮੁੱਢਲੇ ਤਰੀਕੇ ਹਨ, ਇਹਨਾਂ ਨੂੰ ਹਮੇਸ਼ਾ ਵਰਤਣਾ ਚਾਹੀਦਾ ਹੈ। ਪਹਿਲਾ, ਜਦੋਂ ਤੁਸੀਂ ਜਵਾਬ ਦੇ ਰਹੇ ਹੋ ਤਾਂ ਆਪਣੇ ਚਿਹਰੇ 'ਤੇ ਮੁਸਕਰਾਹਟ ਰੱਖੋ। ਇਸ ਨਾਲ ਗਾਹਕ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁਸੀਂ ਉਹਨਾਂ ਨੂੰ ਜੀ ਆਇਆ ਕਰ ਰਹੇ ਹੋ। ਦੂਸਰਾ, ਗੱਲਬਾਤ ਦੇ ਵਿੱਚ ਮਿੱਤਰਤਾਪੂਰਨ ਵਾਕਾਂ ਦੀ ਵਰਤੋਂ ਕਰੋ, ਜਿਵੇਂ ਕਿ ਥੈਂਕਸ ਫॉर ਕਾਲਿੰਗ, ਮੇ ਆਈ ਹੈਲਪ ਯੂ। ਠੀਕ ਹੈ ਜੀ, ਤੁਸੀਂ ਸਭ +2 ਕਲਾਸ ਦੇ ਵਿਦਿਆਰਥੀ ਹੋ, ਸੋ ਇਸ ਕਰਕੇ ਤੁਸੀਂ ਸਭ ਸਮਝ ਹੀ ਗਏ ਹੋਵੋਗੇ। ਥੱਲੇ ਗੱਲਬਾਤ ਨੂੰ ਸ਼ੁਰੂ ਕਰਨ ਲਈ ਕੁਝ ਨਿਮਰਤਾ ਵਾਲੇ ਵਾਕ ਦੱਸੇ ਗਏ ਹਨ, ਜਿਵੇਂ ਕਿ ਗਾਹਕ ਨੂੰ ਸ਼ੁਭ ਕਾਮਨਾਵਾਂ ਦਿਓ, ਆਪਣੀ ਸੰਸਥਾ ਦਾ ਨਾਮ ਲਓ, ਆਪਣੇ ਬਾਰੇ ਜਾਣਕਾਰੀ ਦੇਵੋ, ਆਪਣੀ ਮਦਦ ਬਾਰੇ ਪੇਸ਼ਕਸ਼ ਕਰੋ। ਨੈਕਸਟ, ਗੱਲਬਾਤ ਨੂੰ ਖਤਮ ਕਰਨਾ, ਕਲੋਜ਼ਿੰਗ ਦਾ ਕਨਵਰਸੇਸ਼ਨ। ਪਿਛਲੀ ਸਲਾਈਡ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਗੱਲਬਾਤ ਨੂੰ ਸ਼ੁਰੂ ਕਿਵੇਂ ਕਰੀਦਾ ਹੈ। ਹੁਣ ਇਸ ਸਲਾਈਡ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਗੱਲਬਾਤ ਨੂੰ ਖਤਮ ਕਿਵੇਂ ਕਰੀਦਾ ਹੈ। ਕਲੋਜ਼ਿੰਗ ਦਾ ਕਨਵਰਸੇਸ਼ਨ, ਜਦੋਂ ਗਾਹਕ ਸੇਵਾ ਨੁਮਾਇੰਦਾ ਟੈਲੀਫੋਨ ਦੇ ਉੱਤੇ ਆਪਣੀ ਗੱਲਬਾਤ ਖਤਮ ਕਰਦਾ ਹੈ ਤਾਂ ਉਦੋਂ ਕੁਝ ਨਿਮਰਤਾ ਵਾਲੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਗਾਹਕ ਨੂੰ ਪੁੱਛੋ ਕਿ ਉਹਨਾਂ ਦੀ ਮੁਸ਼ਕਿਲ ਹੱਲ ਹੋ ਗਈ ਹੈ ਅਤੇ ਕੀ ਉਹ ਇਸ ਤੋਂ ਸੰਤੁਸ਼ਟ ਹਨ। ਨੰਬਰ 2, ਗਾਹਕ ਨੂੰ ਪੁੱਛੋ ਕਿ ਉਹਨਾਂ ਨੂੰ ਕਿਸੇ ਹੋਰ ਚੀਜ਼ ਵਿੱਚ ਸਮੱਸਿਆ ਹੈ। ਜੇਕਰ ਉਹ ਤੁਹਾਡੀ ਸਹਾਇਤਾ ਲੈਣੀ ਚਾਹੁੰਦੇ ਹਨ। कंटिन्यू, अगली स्लाइड।
ਇਸ ਦੇ ਵਿੱਚ ਅਭਿਆਸ ਨੰਬਰ 1, ਗਾਹਕ ਸੇਵਾ ਕਾਲ ਨੂੰ ਕਿਵੇਂ ਸ਼ੁਰੂ ਅਤੇ ਖਤਮ ਕੀਤਾ ਜਾਂਦਾ ਹੈ। ਗਾਹਕ ਸੇਵਾ ਕਾਲ ਨੂੰ ਕਿਵੇਂ ਸ਼ੁਰੂ ਅਤੇ ਖਤਮ ਕੀਤਾ ਜਾਂਦਾ ਹੈ। ਯਾਨੀ ਕਿ ਹੇਠਾਂ ਕੁਝ ਐਗਜ਼ੈਂਪਲਾਂ ਦਿੱਤੀਆਂ ਗਈਆਂ ਹਨ। ਯਾਨੀ ਕਿ ਇੱਕ ਪਾਸੇ CSR ਹੈ ਅਤੇ ਦੂਸਰੇ ਪਾਸੇ ਕਸਟਮਰ ਹੈ। ਇੱਕ ਪਾਸੇ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਹੈ ਅਤੇ ਦੂਜੇ ਪਾਸੇ ਕਸਟਮਰ ਹੈ। ਸੋ ਇਹਨਾਂ ਦੋਵਾਂ ਦੀ ਜੋ ਕਨਵਰਸੇਸ਼ਨ ਹੈ ਇੱਥੇ CSR ਸਟੈਂਡ ਕਰਦਾ ਹੈ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਅਤੇ ਇੰਡੀਕੇਟ ਕਸਟਮਰ। ਆਪਾਂ ਨੂੰ ਸਭ ਤੋਂ ਉੱਪਰ ਦਿੱਤਾ ਗਿਆ ਹੈ CSR dash for calling Aircel. This is Jasprit. How dash you? ਇਸ ਦੇ ਵਿੱਚ ਆਵੇਗਾ thanks for calling Aircel. This is Jasprit. How can I help you? CSR may I please have your full name and phone number? ਅੱਗੋਂ ਕਸਟਮਰ ਰਿਪਲਾਈ ਕਰਦਾ ਹੈ ਰਣਜੀਤ ਸਿੰਘ, ਮਾਈ ਫੋਨ ਨੰਬਰ ਇਜ਼ 9199222299। ਠੀਕ ਹੈ ਜੀ। ਇਸ ਤੋਂ ਬਾਅਦ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਬੋਲਦਾ ਹੈ, ਇਫ ਆਈ ਅੰਡਰਸਟੈਂਡ ਯੂ ਕਰੈਕਟਲੀ what you are saying is you would like a postpaid connection, am I correct? ਕਸਟਮਰ ਜਵਾਬ ਦਿੰਦਾ ਹੈ ਯੈਸ। ਇਸੇ ਤਰ੍ਹਾਂ ਹੀ ਬਾਕੀ ਦੀ ਕਨਵਰਸੇਸ਼ਨ ਹੈ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਦੇ ਵਿੱਚ ਅਤੇ ਕਸਟਮਰ ਦੇ ਵਿੱਚ। ਠੀਕ ਹੈ ਜੀ। ਸੋ ਇਸੇ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਜੋ CSR ਹੈ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕਸਟਮਰ ਨੂੰ ਡੀਲ ਕਰ ਰਿਹਾ ਹੈ। ਸੋ ਹੋਣਾ ਵੀ ਇਸੇ ਤਰ੍ਹਾਂ ਹੀ ਚਾਹੀਦਾ ਹੈ। ਸੋ ਮੇਨ ਆਪਾਂ ਜੇ CSR ਦਾ ਰੋਲ ਪ੍ਰਦਾਨ ਕਰਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਆਪਾਂ ਕਸਟਮਰ ਨੂੰ ਇੱਕ ਵਧੀਆ ਤਰੀਕੇ ਨਾਲ ਡੀਲ ਕਰੀਏ, ਉਸਨੂੰ ਹਰਟ ਨਾ ਕਰੀਏ, ਉਸਦਾ ਥੈਂਕਸ ਕਰੀਏ ਔਰ ਜੇਕਰ ਆਪਣੇ ਕੋਲ ਸਮਾਂ ਨਹੀਂ ਹੈ ਔਰ ਜਾਂ ਕਹਿ ਲਓ ਕਿ ਆਪਾਂ ਬਿਜ਼ੀ ਹਾਂ ਤਾਂ ਆਪ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਉਸਨੂੰ ਡੀਲ ਕਰਨਾ ਪਵੇਗਾ। ਸੋ ਇਹ ਸੀ ਅੱਜ ਦਾ ਟੌਪਿਕ। ਇਸ ਦੇ ਵਿੱਚ ਆਪਾਂ ਕਵਰ ਕੀਤਾ ਹੈ